ਚਿੱਟੇ ਕਾਲੇ ਸੁਰਖ ਸਾਂਵਲੇ ਵੱਖੋ ਵੱਖਰੇ ਰੰਗ ਹੁੰਦੇ ਨੇ। ਜਹਾਜ਼ ਨਹੀਂ ਇਕੱਲੇ ਉੱਡਦੇ, ਇੱਥੇ ਹੌਸਲੇ ਦੇ ਵੀ ਖੰਭ ਹੁੰਦੇ ਨੇ। ਜੰਗਲੀ ਕੁੱਤਿਆਂ ਵਾਂਗੂ ਨੋਚਣ ਬੋਲ ਕੁਸੈਲੇ ਸਾਰੀ ਰਾਤ। ਸੋਚ ਸਮਝ ਕੇ ਬੋਲੀ ਸੱਜਣਾ, ਗੱਲਾਂ ਦੇ ਵੀ ਦੰਦ ਹੁੰਦੇ ਨੇ। ਕਿੱਦਾਂ ਜੀ ਗਏ ਐਨੀ ਲੰਮੀ ਜ਼ਿੰਦਗੀ ਢੋਂਦੇ ਦੁੱਖਾਂ ਨੂੰ। ਲੋਕੀ ਆਂਢ ਗੁਆਂਢ ਦੇ ਸੰਧੂ ਵੇਖ ਵੇਖ ਕੇ ਦੰਗ ਹੁੰਦੇ ਨੇ। ਜਹਾਜ਼ ਨਹੀਂ ਇਕੱਲੇ ਉੱਡਦੇ, ਇੱਥੇ ਹੌਸਲੇ ਦੇ ਵੀ ਖੰਭ ਹੁੰਦੇ ਨੇ। ਉਦੋਂ ਇੰਨੀ ਅਵੇਅਰਨੈਸ ਨਹੀਂ ਸੀ। 2005-6 ਦੀਆਂ ਗੱਲਾਂ ਤੁਸੀਂ ਲਾ ਲਓ ਹਿਸਾਬ। ਉਦੋਂ ਆਪਾਂ ਕੇਵ ਜੇ ਐਟਮੋਸਫੇਅਰ 'ਚ ਰਹਿੰਦੇ ਸੀਗੇ ਅਤੇ ਉਦੋਂ ਇੰਨਾ ਪਤਾ ਨਹੀਂ ਸੀ ਕਿ ਜੋ ਇਨਫੈਕਸ਼ਨ ਹੋ ਰਹੀ ਹੈ ਉਹ ਬਹੁਤ ਸੀਰੀਅਸ ਆ। ਤਾਂ ਪਿੰਡ ਦੇ ਆਮ ਡਾਕਟਰ ਤੋਂ ਥੋੜ੍ਹੀ ਬਹੁਤ ਮੈਡੀਸਨ ਲੈ ਲਈ ਕਿ ਜਲਣ ਹੋ ਰਹੀ ਹੈ ਯੂਰਿਨ 'ਚ, ਉਹਨੇ ਦੇਤੀ ਤਾਂ ਥੋੜ੍ਹਾ ਦੇਰ ਠੀਕ ਹੋ ਗਿਆ। ਪਰ ਉਹ ਸੀਰੀਅਸ ਸੀ ਇਸ਼ੂ, ਪਤਾ ਲੱਗਿਆ ਨਹੀਂ। ਤਾਂ ਉਹ ਹੌਲੀ ਹੌਲੀ ਅਸਲ 'ਚ ਕਿਡਨੀ ਡੈਮੇਜ ਹੋ ਰਹੀ ਸੀ। ਕੁਛ ਮਹੀਨਿਆਂ ਬਾਅਦ ਬੋਡੀ 'ਚ ਇੰਨੇ ਚੇਂਜ ਆ ਗਏ, ਸਵੈਲਿੰਗ ਹੋਣ ਲੱਗ ਗਈ, ਗੋਡੇ ਸੁੱਜ ਗਏ, ਸਾਹ ਚੜ੍ਹਨ ਲੱਗ ਗਿਆ ਅਤੇ ਯੂਰਿਨ ਦੀ ਜਿਹੜੀ ਮਾਤਰਾ ਉਹ ਘੱਟ ਗਈ। ਤਾਂ ਫਿਰ ਇੱਕ ਟੈਸਟ ਕਰਵਾਇਆ ਡਾਕਟਰ ਨੇ, ਸਰਕਾਰੀ ਨੇ, ਤਾਂ ਉਹਦੇ 'ਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਗੁਰਦੇ ਖਰਾਬ ਹੋ ਰਹੇ। ਲੁਧਿਆਣੇ ਚਲੇ ਗਏ ਮੈਨੂੰ CMC ਲੈ ਕੇ। ਉਹਨਾਂ ਨੇ ਸਾਰੇ ਚੈੱਕਅਪ ਕੀਤੇ ਤਾਂ ਉਹਨਾਂ ਨੇ ਕਹਿੰਦਾ ਸੀ ਵੀ ਟੋਟਲੀ ਕਿਡਨੀ ਫੇਲੀਅਰ ਹੋ ਚੁੱਕਿਆ ਇਹਨਾਂ ਨੂੰ, ਵੀ ਗੁਰਦੇ ਬਿਲਕੁਲ ਕੰਮ ਕਰਨਾ ਛੱਡ ਚੁੱਕੇ ਆ, ਬਲੱਡ ਸਾਫ਼ ਨਹੀਂ ਕਰ ਰਹੇ, ਪ੍ਰੋਪਰ ਯੂਰਿਨ ਵੀ ਪਾਸ ਨਹੀਂ ਕਰਾ ਪਾ ਰਹੇ। ਤਾਂ ਉਹਨਾਂ ਨੇ ਫਿਰ ਉੱਥੇ ਡਾਇਲਸਿਸ ਵਗੈਰਾ ਸ਼ੁਰੂ ਕੀਤੇ। 1 ਸਾਲ CMC 'ਚ ਡਾਇਲਸਿਸ ਹੋਏ ਅਤੇ 2008 ਮਈ 'ਚ ਇੱਥੇ PGI ਚੰਡੀਗੜ੍ਹ 'ਚ ਟਰਾਂਸਪਲਾਂਟ ਹੋਇਆ, ਕਿਡਨੀ ਬਦਲੀ ਗਈ ਮੇਰੀ। ਤਾਂ ਮੇਰੇ ਮਦਰ ਨੇ ਮੈਨੂੰ ਕਿਡਨੀ ਦਿੱਤੀ ਫਿਰ। ਐਸੀ ਨੌਬਤ ਆ ਗਈ ਜਿਵੇਂ ਵੀਰਾਂ ਨੇ ਦੱਸਿਆ ਕਿ ਗੁਰਦੇ ਹੀ ਜਿਹੜੇ ਸੀਗੇ, ਡਾਕਟਰ ਨੇ ਜਵਾਬ ਦਿੱਤਾ ਵੀ ਗੁਰਦੇ ਫੇਲ ਹੋ ਚੁੱਕੇ ਨੇ, ਵੀ ਗੁਰਦੇ ਹੁਣ ਕੰਮ ਨਹੀਂ ਕਰ ਰਹੇ, ਖੂਨ ਨੂੰ ਜਿਹੜਾ ਆ ਉਹ ਨਹੀਂ ਠੀਕ ਤਰੀਕੇ ਨਾਲ ਚਲਾ ਰਹੇ। ਫਿਰ ਜਦ ਤੁਹਾਡੇ ਤੇ ਇਹ ਗੱਲ ਆਈ ਵੀ ਮੈਂ ਹੁਣ ਕਿਡਨੀ ਦੇਣੀ ਆ, ਉਦੋਂ ਮਨ ਦੇ ਵਿੱਚ ਫਿਰ ਕੀ ਵਿਚਾਰ ਸੀ ਮਾਤਾ ਜੀ? ਤਾਂ ਕਹਿੰਦੀ ਸੀ ਵੀ ਦੋਨੇ ਲੈ ਲੈਣ ਭਲਾ ਕਿਡਨੀਆਂ, ਮੈਂ ਤਾਂ ਮੇਰਾ ਬੱਚਾ ਚਾਹੀਦਾ ਮੈਨੂੰ ਐ ਸੀ। ਮੈਂ ਤਾਂ ਆਖਿਆ ਮੈਂ ਤਾਂ ਦੋਨੇ ਦੇਣ ਨੂੰ ਤਿਆਰ ਹਾਂ। ਉਹਨਾਂ ਨੇ ਕਿਹਾ ਵੀ ਇਹਨੂੰ ਆਪਰੇਟ ਕਰੋ, ਇਹਨੂੰ ਬਚਾਓ। ਤਾਂ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਗਰੰਟੀ ਨਹੀਂ ਲੈਂਦੇ ਵੀ ਹੁਣ ਇਹ ਬਚ ਸਕੂਗਾ, ਕਿਉਂਕਿ ਜਿਹੜੀ ਫੰਗਲ ਇਨਫੈਕਸ਼ਨ ਆ ਉਹ ਜਾਂ ਤਾਂ ਹੁਣ ਇਹਦੇ ਹਾਰਟ ਨੂੰ ਜਾਊਗੀ ਜਾਂ ਬ੍ਰੇਨ ਨੂੰ ਜਾਊਗੀ। ਜੇ ਬ੍ਰੇਨ ਨੂੰ ਚਲੀ ਗਈ ਫਿਰ ਇਹ ਕੋਮਾ 'ਚ ਜਾਊਗਾ, ਜੇ ਹਾਰਟ ਨੂੰ ਚਲੀ ਗਈ ਡੈਥ ਹੈ। ਤਾਂ ਉਹ ਕਹਿੰਦੇ ਕੋਈ ਨਹੀਂ, ਇੱਕ ਵਾਰੀ ਤੁਸੀਂ ਟਰਾਈ ਕਰੋ। ਫਿਰ ਘਰਦਿਆਂ ਤੋਂ ਉਹਨਾਂ ਨੇ ਐਗਰੀਮੈਂਟ 'ਤੇ ਵੀ ਸਾਈਨ ਕਰਾਈ ਵੀ ਅਸੀਂ ਕੋਈ ਗਰੰਟੀ ਨਹੀਂ ਲੈ ਰਹੇ ਜ਼ਿੰਦਗੀ ਦੀ, ਇੱਕ ਵਾਰੀ ਲਾਸਟ ਟਰਾਈ ਹੈ। ਜੇ ਤਾਂ ਆਹ ਕੱਟ ਕੇ ਸਾਰਾ ਕੁਛ ਬਚ ਗਿਆ, ਹੋਸ਼ ਆ ਗਿਆ 24 ਘੰਟੇ 'ਚ, ਠੀਕ ਆ। ਜੇ ਹੋਸ਼ ਨਾ ਆਇਆ ਫਿਰ ਸਾਨੂੰ ਨਾ ਕਹੋ ਵੀ ਇਹ ਕੋਮਾ 'ਚ ਵੀ ਜਾ ਸਕਦਾ, ਡੈਥ ਵੀ ਹੋ ਸਕਦੀ ਹੈ। ਤਾਂ ਘਰ ਦੇ ਕਹਿੰਦੇ ਫਿਰ ਅਸੀਂ ਕੁਛ ਨਹੀਂ ਕਹਿ ਸਕਦੇ, ਤੁਸੀਂ ਕਰੋ ਜੋ ਕਰਨਾ। ਤਾਂ ਫਿਰ ਇਹ ਸਰਜਰੀ ਕੀਤੀ ਉਹਨਾਂ ਨੇ, ENT ਡਿਪਾਰਟਮੈਂਟ ਨੇ, ਬਹੁਤ ਵੱਡੀ ਸਰਜਰੀ ਸੀ। ਤਾਂ ਉਸ ਤੋਂ ਬਾਅਦ ਮੈਨੂੰ 10 ਦਿਨ ਹੋਸ਼ ਹੀ ਨਹੀਂ ਆਇਆ ਅਤੇ ਡਾਕਟਰਾਂ ਨੇ ਵੀ ਕਹਿਤਾ ਵੀ ਅਸੀਂ ਕੁਛ ਨਹੀਂ ਕਹਿ ਸਕਦੇ ਹੁਣ, ਹੋ ਸਕਦਾ ਇਹਨੂੰ ਹੋਸ਼ ਆ ਜਾਏ। ਜੇ ਹੋਸ਼ ਆ ਗਈ ਇਹ ਜਾਂ ਤਾਂ ਸਭ ਕੁਝ ਭੁੱਲ ਚੁੱਕਿਆ ਹੋਊਗਾ, ਕਿਉਂਕਿ ਇਹਦੇ ਬ੍ਰੇਨ 'ਤੇ ਅਸਰ ਹੋ ਸਕਦਾ। ਤਾਂ ਪਰ ਪਤਾ ਨਹੀਂ ਅਕਾਲ ਪੁਰਖ ਦੀ ਕਿਰਪਾ ਹੋ ਗਈ, 11ਵੇਂ ਦਿਨ ਮੈਨੂੰ ਹੋਸ਼ ਆ ਗਿਆ, ਸਭ ਕੁਝ ਯਾਦ ਵੀ ਸੀਗਾ, ਠੀਕ ਸੀ। ਅਤੇ ਪਰ ਹਾਂ ਮੈਨੂੰ ਸੁਣਨੋਂ ਹਟ ਗਿਆ ਸੀ ਅਤੇ ਦਿਸਣੋਂ ਵੀ ਘੱਟ ਗਿਆ ਸੀਗਾ। ਪਿਛਲੇ ਦਿਨਾਂ ਤੋਂ ਬਹੁਤ ਸੋਚਣ ਲੱਗ ਗਿਆ, ਜਿਹੜੀ ਤੁਸੀਂ ਗੱਲ ਕਹੀ ਆ ਬਈ ਸ਼ਾਇਦ ਆਪਾਂ ਉਦੋਂ ਸਮਝ ਜਾਂਦੇ ਤਾਂ ਸ਼ਾਇਦ ਜ਼ਿੰਦਗੀ ਕੁਛ ਹੋਰ ਹੋ ਸਕਦੀ ਸੀਗੀ, ਪਰ ਇੱਦਾਂ ਨਹੀਂ ਹੋਇਆ। ਉਦੋਂ ਇੰਨਾ ਪਤਾ ਹੀ ਨਹੀਂ ਸੀਗਾ, ਕਿਉਂਕਿ ਉਮਰ ਵੀ ਇੰਨੀ ਜ਼ਿਆਦਾ ਨਹੀਂ ਸੀ ਅਤੇ ਜਿਹੜਾ ਸਰਕਲ ਸੀ ਉਹ ਵੀ ਇੰਨਾ ਆਪਾਂ ਕਹਿ ਦਈਏ ਵੀ ਐਜੂਕੇਟ ਨਹੀਂ ਸੀਗਾ। ਤਾਂ ਨਾ ਕਿਸੇ ਨੂੰ ਪੁੱਛਿਆ ਨਾ ਦੱਸਿਆ, ਆਪੇ ਹੀ ਆਪਦੇ ਬਣ ਕੇ ਤੁਰੇ ਫਿਰਦੇ ਸੀਗੇ। ਅਤੇ ਪਰ ਹੁਣ ਲੱਗਦਾ ਬਈ ਜ਼ਿੰਦਗੀ ਬਹੁਤ ਕੀਮਤੀ ਆ, ਆਪਾਂ ਨੂੰ ਇਹਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ। ਹਾਂਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ, ਤੁਹਾਡਾ ਸਵਾਗਤ ਕਰਦਾ ਅਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਅੱਜ ਦੀ ਜਵਾਨੀ ਨੂੰ ਕਾਹਲੀ ਬਹੁਤ ਹੁੰਦੀ ਹੈ। ਇਹ ਹੁਣ ਦੀ ਨਹੀਂ ਗੱਲ, ਇਹ ਹੋ ਗਿਆ ਮੈਂ ਕਹਿੰਦਾ ਵੀ 21ਵੀਂ ਸਦੀ ਦੇ ਵਿੱਚ ਜਿੰਨੇ ਵੀ ਬੱਚੇ ਪੈਦਾ ਹੋਏ ਨੇ, ਜਿੰਨੇ ਵੀ ਨੌਜਵਾਨ ਮੇਰੇ ਵਰਗੇ ਯਾਨੀ ਕਿ ਮੇਰੇ ਹਮ ਉਮਰ, ਮੈਂ ਕਹਿ ਸਕਦਾ ਮੇਰੇ ਤੋਂ ਥੋੜ੍ਹੇ ਜਿਹੇ ਵੱਡੇ ਜਾਂ ਮੇਰੇ ਤੋਂ ਛੋਟੇ ਜਿਹੜੇ ਨੇ, ਉਹਨਾਂ ਦਾ ਪੇਸ਼ੈਂਸ ਲੈਵਲ ਜਿਹੜਾ ਆ ਨਾ ਉਹ ਬਹੁਤ ਘੱਟ ਗਿਆ। ਚਾਹੇ ਘਰਦਿਆਂ ਨਾਲ ਗੱਲ ਕਰਦੇ ਵੇਲੇ ਲਾ ਲਓ ਜਾਂ ਵੈਸੇ ਵੀ ਕਿਸੇ ਚੀਜ਼ ਦੇ ਵਿੱਚ ਲਾ ਲਓ, ਹਰ ਇੱਕ ਚੀਜ਼ ਦੇ ਵਿੱਚ ਰਿਜ਼ਲਟ ਜਿਹੜਾ ਆ, ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਆ ਆਪਾਂ ਕਹਿ ਦਿੰਦੇ ਹਾਂ ਵੀ ਉਸ ਚੀਜ਼ ਦਾ ਮੈਨੂੰ ਜਲਦ ਤੋਂ ਜਲਦ ਅਸਰ ਹੋ ਜਾਵੇ। ਕੋਈ ਵੀ ਚੀਜ਼ ਹੋ ਜਾਵੇ,
ਐਸੀ ਹੀ ਚੀਜ਼, ਐਸੀ ਹੀ ਕਹਾਣੀ ਲੈ ਕੇ ਨਾ ਮੈਂ ਅੱਜ ਤੁਹਾਡੇ ਨਾਲ ਰੂਬਰੂ ਹੋਇਆ ਆ, ਜਿਸ ਦੇ ਵਿੱਚ ਇੱਕ ਨੌਜਵਾਨ ਦਿਖਾਊਂਗਾ। ਵੈਸੇ ਤਾਂ ਬਾਈ ਬਹੁਤ ਵੱਡੇ ਪਬਲਿਸ਼ਰ ਨੇ, ਲਿਖਦੇ ਨੇ, ਸ਼ੌਂਕ ਰੱਖਦੇ ਨੇ ਲਿਖਣ ਦਾ, ਪਰ ਕੁਝ ਐਸਾ ਵਾਪਰਿਆ ਜ਼ਿੰਦਗੀ ਦੇ ਵਿੱਚ, ਕਾਲ ਹੋਈ। ਕਾਲ ਉਹਨਾਂ ਤੋਂ ਵੀ ਹੋਈ ਸੀ। ਇਹ ਬਹੁਤ ਸਮੇਂ ਪਹਿਲਾਂ ਦੀ ਗੱਲ ਹੈ ਕਿ ਜਿਵੇਂ ਅੱਜ ਕੱਲ੍ਹ ਤਾਂ ਹੁਣ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੇਰਾ ਤਗੜਾ ਸਰੀਰ ਹੋਵੇ, ਜਿਮ ਜੋ ਲਾਉਂਦੇ ਨੇ। ਹੋਇਆ ਇੱਦਾਂ ਹੀ ਕਿ ਵੀ ਜਿਮ ਲਾਉਣ ਲੱਗ ਗਏ ਅਤੇ ਉਸ ਤੋਂ ਬਾਅਦ ਐਂ ਹੋਇਆ ਕਿ ਅਸੀਂ ਸਰੀਰ ਜਲਦ ਬਣਾਈਏ। ਕੁਛ ਡੱਬੇ ਖਾਧੇ ਜਿਹੜੇ ਪ੍ਰੋਟੀਨ ਦਾ ਆਪਾਂ ਕਹਿ ਸਕਦੇ ਹਾਂ, ਵੇ ਪ੍ਰੋਟੀਨਸ ਹੁੰਦੇ ਨੇ, ਵੇਟ ਗੇਨਰ ਹੁੰਦੇ ਨੇ। ਉਹ ਡੱਬੇ ਜਿਹੜੇ ਹੁੰਦੇ ਸੀ ਨਾ, ਉਹ ਗੇਨਰ ਖਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਬਾਅਦ ਖਾ ਲਏ ਬਿਨਾਂ ਕਿਸੇ ਤੋਂ ਪੁੱਛੇ ਹੋਏ, ਅਤੇ ਇੰਨਾ ਕੁ ਨੁਕਸਾਨ ਸਰੀਰ 'ਤੇ ਹੋ ਗਿਆ ਕਿ ਅੱਜ ਬਾਈ ਜੋ ਸੰਤਾਪ ਆਪਣੇ ਪਿੰਡੇ 'ਤੇ ਹੰਢਾ ਰਿਹਾ ਆ, ਬਾਈ ਆਪ ਦੱਸਣਗੇ। ਮੇਰੇ ਨਾਲ ਬਾਈ ਮਨਦੀਪ ਜੀ ਨੇ। ਅਸੀਂ ਮੋਹਾਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਇਸ ਸਮੇਂ 15 ਸੈਕਟਰ ਦੇ ਵਿੱਚ ਮੈਂ ਬੈਠਾ ਹਾਂ, ਅਤੇ ਬਾਈ ਮੇਰੇ ਨਾਲ ਨੇ। ਉਹਨਾਂ ਦੇ ਮਦਰ ਜਿਹੜੇ ਨੇ ਬੀਬੀ ਜੀ ਵੀ ਮੇਰੇ ਨਾਲ ਹੋਣਗੇ। ਆਪਾਂ ਬਹੁਤ ਗੱਲਾਂ ਕਰਨੀਆਂ ਨੇ, ਪਰ ਸ਼ੁਰੂਆਤ ਤੋਂ ਮੈਂ ਜਿਹੜਾ ਮੈਂ ਹਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਰਿਹਾ, ਜਿਵੇਂ ਕਿ ਨੌਜਵਾਨੀ ਨੂੰ ਕਾਹਲ ਹੁੰਦੀ ਹੈ। ਵੀਰੇ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ੍ਰੀ ਅਕਾਲ ਜੀ। ਹਾਂਜੀ ਠੀਕ ਹੈ ਜੀ। ਸਿਹਤ ਕਿਵੇਂ ਆ ਬਾਈ? ਹਾਂਜੀ ਪਹਿਲਾਂ ਨਾਲੋਂ ਠੀਕ ਹੈ ਜੀ। ਠੀਕ ਠਾਕ ਹੋ? ਹਾਂਜੀ ਬਾਈ ਸ਼ੁਰੂਆਤ ਕਰਦੇ ਹਾਂ ਬਾਈ। ਮਨਦੀਪ ਬਾਈ, ਜਿਵੇਂ ਹੁਣ ਤੁਸੀਂ ਸਰੀਰਕ ਤੌਰ 'ਤੇ ਫਿੱਟ ਨਹੀਂ ਹੋ ਪ੍ਰੋਪਰ। ਇੱਕ ਸਮਾਂ ਸੀ ਜਦ ਪ੍ਰੋਪਰ ਫਿੱਟ ਹੁੰਦੇ ਸੀ, ਤਾਂ ਉਦੋਂ ਕੀ ਮੋੜ ਆਇਆ? ਜਿਵੇਂ ਮੈਂ ਦੱਸਿਆ ਕਿ ਨੌਜਵਾਨੀ ਨੂੰ ਕਾਹਲ ਬਹੁਤ ਹੁੰਦੀ ਹੈ, ਸਰੀਰ ਮੇਰਾ ਛੇਤੀ ਬਣ ਜੇ। ਤੁਹਾਡੇ ਮਨ ਦੇ ਵਿੱਚ ਵੀ ਆਈ ਸੀਗਾ ਵੀ ਜਦ ਜਿਮ ਜੁਆਇਨ ਕੀਤੀ ਸੀ ਵੀ ਮੈਂ ਡੱਬਾ ਖਾ ਲਿਆ ਵੀ ਮੇਰਾ ਵੀ ਸਰੀਰ ਛੇਤੀ ਬਣ ਲੱਗ ਜਾਵੇ, ਯਾਰ ਲੱਗ ਜੇ? ਹਾਂਜੀ ਉਦੋਂ ਜਦੋਂ ਇਹ ਗੱਲ 2005 ਦੀ ਆ, ਮੈਂ +2 'ਚ ਸੀ, ਤਾਂ ਸਾਡੇ ਉਦੋਂ ਨਵਾਂ ਜਿਮ ਆਇਆ ਸੀ ਪਿੰਡ 'ਚ, ਅਤੇ ਅਸੀਂ ਗਰਾਊਂਡ ਵਗੈਰਾ 'ਚ ਫੁੱਟਬਾਲ ਵਗੈਰਾ ਪਹਿਲਾਂ ਹੀ ਖੇਡਦੇ ਹੁੰਦੇ ਸੀ। ਪਰ ਉਦੋਂ ਸ਼ੌਂਕ ਲੱਗ ਗਿਆ ਕਿ ਜਿਮ ਆਇਆ, ਆਪਾਂ ਜਿਮ ਕਰੀਏ। ਪਰ ਸਰੀਰ ਉਦੋਂ ਪਤਲਾ ਬਹੁਤ ਸੀ, ਅਤੇ ਜਿਮ ਕਰਦੇ ਸੀ ਪਰ ਲੱਗਦਾ ਸੀ ਵੀ ਕੁਛ ਹੋ ਨਹੀਂ ਰਿਹਾ। ਫਿਰ ਜਿਵੇਂ ਸੁਣਦੇ ਹੁੰਦੇ ਸੀ ਆਮ ਮੁੰਡਿਆਂ ਤੋਂ ਕਿ ਜਿਹੜੇ ਕਬੱਡੀ ਖੇਡਣ ਵਾਲੇ ਆ, ਉਹ ਇੰਜੈਕਸ਼ਨ ਵਗੈਰਾ ਲਾਉਂਦੇ ਆ, ਵੇ ਪ੍ਰੋਟੀਨ ਖਾਂਦੇ ਆ। ਤਾਂ ਪਹਿਲਾਂ ਉਹ ਵੇਟ ਵਧਾਉਂਦੇ ਆ ਜਿਮ ਲਾਉਣ ਤੋਂ ਪਹਿਲਾਂ, ਬੋਡੀ 'ਚ ਵੇਟ ਲੈ ਕੇ ਆਉਂਦੇ, ਫਿਰ ਜਿਮ ਲਾਉਂਦੇ ਆ। ਤਾਂ ਇੱਦਾਂ ਹੀ ਉਹਨਾਂ ਤੋਂ ਸੁਣ ਕੇ ਕਿਸੇ ਮੈਡੀਕਲ ਤੋਂ ਪ੍ਰੋਟੀਨ ਦਾ ਇੱਕ ਡੱਬਾ ਲੈ ਲਿਆ ਅਤੇ ਖਾਣਾ ਸ਼ੁਰੂ ਕਰ ਦਿੱਤਾ। ਤਾਂ ਥੋੜ੍ਹਾ ਬਹੁਤ ਉਹਨੇ ਅਸਰ ਵੀ ਕੀਤਾ, ਵੇਟ ਵਧਿਆ ਤਾਂ ਚੰਗਾ ਲੱਗਿਆ, ਜਿਮ ਵੀ ਲਾਉਂਦੇ ਰਹੇ। ਤਾਂ ਉਦੋਂ ਬਾਅਦ ਹੋਰ ਪ੍ਰੋਟੀਨ ਲਏ, ਵੇਟ ਗੇਨਰ ਲੈ ਲਿਆ। ਤਾਂ ਉਹਦੇ ਨਾਲ ਥੋੜ੍ਹਾ ਜਦੋਂ ਵੇਟ ਵਧਿਆ ਅਤੇ ਨਾਲ ਬਾਥਰੂਮ 'ਚ ਇਨਫੈਕਸ਼ਨ ਵੀ ਹੋਣ ਲੱਗ ਗਈ। ਤਾਂ ਉਦੋਂ ਇੰਨੀ ਅਵੇਅਰਨੈਸ ਨਹੀਂ ਸੀ। ਇਹ 2005-6 ਦੀਆਂ ਗੱਲਾਂ ਤੁਸੀਂ ਲਾ ਲਓ ਹਿਸਾਬ। ਉਦੋਂ ਆਪਾਂ ਕੇਵ ਜਿਹੇ ਐਟਮੋਸਫੇਅਰ 'ਚ ਰਹਿੰਦੇ ਸੀਗੇ, ਅਤੇ ਉਦੋਂ ਇੰਨਾ ਪਤਾ ਨਹੀਂ ਸੀ ਕਿ ਜੋ ਇਨਫੈਕਸ਼ਨ ਹੋ ਰਹੀ ਹੈ ਉਹ ਬਹੁਤ ਸੀਰੀਅਸ ਆ। ਤਾਂ ਪਿੰਡ ਦੇ ਆਮ ਡਾਕਟਰ ਤੋਂ ਥੋੜ੍ਹੀ ਬਹੁਤ ਮੈਡੀਸਨ ਲੈ ਲਈ ਕਿ ਜਲਣ ਹੋ ਰਹੀ ਹੈ ਯੂਰਿਨ 'ਚ, ਉਹਨੇ ਦੇਤੀ ਤਾਂ ਥੋੜ੍ਹਾ ਦੇਰ ਠੀਕ ਹੋ ਗਿਆ। ਪਰ ਉਹ ਸੀਰੀਅਸ ਸੀ ਇਸ਼ੂ, ਪਤਾ ਲੱਗਿਆ ਨਹੀਂ। ਤਾਂ ਉਹ ਹੌਲੀ ਹੌਲੀ ਅਸਲ 'ਚ ਕਿਡਨੀ ਡੈਮੇਜ ਹੋ ਰਹੀ ਸੀ, ਬੋਡੀ ਦੇ ਪ੍ਰੋਟੀਨ ਨਿਕਲ ਰਹੇ ਸੀ ਯੂਰਿਨ ਦੇ ਰਾਸਤੇ। ਤਾਂ ਕੁਛ ਮਹੀਨਿਆਂ ਬਾਅਦ ਬੋਡੀ 'ਚ ਇੰਨੇ ਚੇਂਜ ਆ ਗਏ, ਸਵੈਲਿੰਗ ਹੋਣ ਲੱਗ ਗਈ, ਗੋਡੇ ਸੁੱਜ ਗਏ, ਸਾਹ ਚੜ੍ਹਨ ਲੱਗ ਗਿਆ, ਅਤੇ ਯੂਰਿਨ ਦੀ ਜਿਹੜੀ ਮਾਤਰਾ ਉਹ ਘਟ ਗਈ। ਤਾਂ ਫਿਰ ਇੱਕ ਟੈਸਟ ਕਰਵਾਇਆ ਡਾਕਟਰ ਨੇ ਸਰਕਾਰੀ ਨੇ, ਤਾਂ ਉਹਦੇ 'ਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਗੁਰਦੇ ਖਰਾਬ ਹੋ ਰਹੇ। ਜੀ। ਇਹ ਕਦੋਂ ਦੀ ਗੱਲ ਹੈ ਜਿਹੜੀ ਗੁਰਦੇ ਖਰਾਬ ਹੋਏ, ਯਾਨੀ ਕਿ ਡੱਬਾ ਖਾਣ ਤੋਂ ਕਿੰਨੇ ਟਾਈਮ ਬਾਅਦ ਦੀ ਗੱਲ ਹੈ? ਇਹ 1 ਸਾਲ 1.5 ਸਾਲ ਬਾਅਦ ਹੋ ਗਿਆ ਸੀਗਾ। ਇਹ 2007 'ਚ, ਮਤਲਬ ਜੂਨ 'ਚ, 2007 ਦੀਆਂ ਜੂਨ ਦੀਆਂ ਛੁੱਟੀਆਂ 'ਚ ਬਿਲਕੁਲ ਖਰਾਬ ਹੋ ਚੁੱਕੇ ਸੀ। ਉਦੋਂ ਕਿਹੜੀ ਕਲਾਸ ਦੇ ਵਿੱਚ ਸੀ ਤੁਸੀਂ? ਉਦੋਂ ਮੈਂ +2 ਕਰ ਲਈ ਸੀ। +2 ਤੁਸੀਂ ਕਰ ਲਈ ਸੀ? ਹਾਂਜੀ। ਯਾਨੀ ਕਿ ਸਾਲ 1.5 ਸਾਲ ਦੇ ਵਿੱਚ ਹੀ ਉਹ ਡੱਬਿਆਂ ਨੇ ਇੰਨਾ ਕੁ ਭਿਆਨਕ ਅਸਰ ਸਰੀਰ 'ਤੇ ਦਿਖਾਇਆ ਕਿ ਸਾਰੇ ਜਿਹੜੇ ਗੁਰਦੇ ਸੀ ਉਹ ਫੇਲ ਕਰਤੇ। ਹਾਂਜੀ ਬਿਲਕੁਲ, ਉਹਨਾਂ ਨੇ ਬੜਾ ਪ੍ਰਭਾਵ ਪਾਇਆ। ਅਤੇ ਗੁਰਦੇ ਖਰਾਬ ਹੋਣ ਤੋਂ ਬਾਅਦ ਅਸੀਂ ਲੁਧਿਆਣੇ ਚਲੇ ਗਏ, ਮੈਨੂੰ CMC ਲੈ ਕੇ। ਉਹਨਾਂ ਨੇ ਸਾਰੇ ਚੈੱਕਅਪ ਕੀਤੇ, ਤਾਂ ਉਹਨਾਂ ਨੇ ਕਹਿੰਦਾ ਸੀ ਵੀ ਟੋਟਲੀ ਕਿਡਨੀ ਫੇਲੀਅਰ ਹੋ ਚੁੱਕਿਆ ਇਹਨਾਂ ਨੂੰ, ਵੀ ਗੁਰਦੇ ਬਿਲਕੁਲ ਕੰਮ ਕਰਨਾ ਛੱਡ ਚੁੱਕੇ ਆ, ਬਲੱਡ ਸਾਫ਼ ਨਹੀਂ ਕਰ ਰਹੇ, ਪ੍ਰੋਪਰ ਯੂਰਿਨ ਵੀ ਪਾਸ ਨਹੀਂ ਕਰਾ ਪਾ ਰਹੇ। ਤਾਂ ਉਹਨਾਂ ਨੇ ਫਿਰ ਉੱਥੇ ਡਾਇਲਸਿਸ ਵਗੈਰਾ ਸ਼ੁਰੂ ਕੀਤੇ। 1 ਸਾਲ CMC 'ਚ ਡਾਇਲਸਿਸ ਹੋਏ, ਅਤੇ 2008 ਮਈ 'ਚ ਇੱਥੇ PGI ਚੰਡੀਗੜ੍ਹ 'ਚ ਟਰਾਂਸਪਲਾਂਟ ਹੋਇਆ, ਕਿਡਨੀ ਬਦਲੀ ਗਈ ਮੇਰੀ। ਤਾਂ ਮੇਰੇ ਮਦਰ ਨੇ ਮੈਨੂੰ ਕਿਡਨੀ ਦਿੱਤੀ ਫਿਰ। ਮੇਰੇ ਨਾਲ ਬੀਬੀ ਜੀ ਵੀ, ਮੇਰੇ ਮਾਤਾ ਜੀ ਵੀ ਮੌਜੂਦ ਨੇ, ਮੈਂ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ। ਬੀਬੀ ਜੀ, ਮੈਂ ਤੁਹਾਡੇ ਨਾਲ ਇੱਕ ਵਾਰ ਗੱਲ ਜ਼ਰੂਰ ਕਰੂੰਗਾ ਵੀ ਜਦ ਸ਼ੁਰੂਆਤੀ ਦੌਰ ਸੀ, ਜਦ ਵੀਰਾ ਲੱਗਿਆ ਸੀਗਾ, ਤੁਹਾਨੂੰ ਦੱਸਿਆ ਸੀਗਾ ਵੀ ਮੈਂ ਡੱਬਾ ਖਾਣ ਲੱਗ ਗਿਆ? ਨਹੀਂ ਦੱਸਿਆ ਮੈਨੂੰ, ਤਾਂ ਇੱਥੇ ਜਦੋਂ ਇੰਟਰਵਿਊ 'ਚ ਬੋਲਿਆ ਫਿਰ ਪਤਾ ਲੱਗਿਆ। ਤੁਹਾਨੂੰ ਯਾਨੀ ਕਿ ਇਹ ਹੁਣ ਤੱਕ ਵੀ ਪਤਾ ਨਹੀਂ ਸੀ? ਨਹੀਂ ਜੀ, ਮੈਨੂੰ ਤਾਂ ਐਂ ਸੀ ਇਹਨਾਂ ਦਾ ਮੋਢਾ ਦੁਖਦਾ ਸੀ ਇਹਦਾ,
ਇਹ ਕਹਿੰਦਾ ਮੋਢਾ ਦੁਖਦਾ ਤੇ ਪਾਪਾ ਨੇ ਉੱਥੇ ਸੱਦ ਲਿਆ ਇੱਕ ਡਾਕਟਰ ਆਪਣੇ ਦੇਸੀ ਹੁੰਦੇ ਜਿਹੜੇ, ਉਹਦੇ ਕੋਲ ਚਲਿਆ ਗਿਆ। ਉਹਨੇ ਵੀ ਗੋਲੀਆਂ ਦਰਦ ਦੀਆਂ ਦੇਤੀਆਂ ਸੀ, ਉਹਨਾਂ 'ਚ ਹੀ ਵੜ ਗਏ ਵੀ ਦਰਦ ਦੀ ਗੋਲੀ ਖਾ ਲਈ ਤੇਰਾ ਉਹਦੇ ਨਾਲ ਹੋ ਗਿਆ, ਦਰਦ ਦੀ ਗੋਲੀ ਖਾ ਲਈ ਤੇਰਾ ਉਹਦੇ ਨਾਲ ਹੋ ਗਿਆ। ਇਹਨੇ ਇੰਟਰਵਿਊ 'ਚ ਜਦੋਂ ਦੱਸਿਆ, ਪਿਛਲੇ ਕੁੜੀ ਆਈ ਜਦੋਂ, ਉਦੋਂ ਪਤਾ ਲੱਗਿਆ ਮੈਨੂੰ ਤਾਂ ਵੀ ਇਹਨੇ ਇਹ ਖਾਦੇ ਸੀ। ਅੱਛਾ, ਜਦੋਂ ਉਹ ਕੀ ਫਰਕ ਕੀ ਪੈਂਦਾ ਸੀ ਜਦ ਵੀਰੇ ਨੂੰ ਤਕਲੀਫ ਹੋਣ ਲੱਗੀ, ਜਿਵੇਂ ਦੱਸ ਰਹੇ ਨੇ ਵੀ ਸਾਲ ਡੇਢ ਸਾਲ ਦੇ ਵਿੱਚ ਕੀ ਸਰੀਰਕ ਫਰਕ ਫਿਰ ਤੁਸੀਂ ਤਾਂ ਦੇਖਦੇ ਹੋਵੋਗੇ ਵੀ ਐ ਮੈਨੂੰ ਹੁਣ ਆ ਹੋ ਰਿਹਾ ਆ ਹੋ ਰਿਹਾ। ਹਾਂ, ਪੇਟ ਕਹਿੰਦਾ ਮੇਰਾ ਐ ਭਾਰਾ ਭਾਰਾ ਮੰਮੀ ਹੋਈ ਜਾਂਦਾ, ਫਿਰ ਕਹਿੰਦਾ ਮੰਮੀ ਮੇਰੇ ਗੋਡੇ ਭਾਰੇ ਭਾਰੇ ਹੋਈ। ਸਾਨੂੰ ਪਤਾ ਹੀ ਨਹੀਂ ਸੀ ਇਹ ਵੀ ਕੀ ਹੋਈ ਜਾਂਦਾ। ਤੇ ਇੱਕ ਦਿਨ ਉੱਠਿਆ ਤਾਂ ਜੀਭ ਸੁੱਜੀ, ਬੁੱਲ ਸੁੱਜੇ ਪਏ। ਮੈਂ ਕਿਹਾ ਤੈਨੂੰ ਕਾਹਦੀ ਇਨਫੈਕਸ਼ਨ ਹੋ ਗਈ, ਪਤਾ ਹੀ ਨਾ ਲੱਗੇ। ਨਾ ਡਾਕਟਰਾਂ ਨੇ ਕਿਸੇ ਨੇ BP ਚੈੱਕ ਕੀਤਾ, ਕੁਛ ਵੀ ਨਾ ਕੀਤਾ ਸੀ। BP ਵੱਧਦਾ, ਬੁਖਾਰ ਦੀਆਂ ਗੋਲੀਆਂ ਦੇ ਦਿਆ ਕਰਨ ਡਾਕਟਰ ਪਿੰਡਾਂ ਦੇ, ਪਤਾ ਹੀ ਨਾ ਲੱਗਿਆ BP ਵੱਧਦਾ ਸੀ। ਅੱਛਾ, ਉਦੋਂ ਜਿਵੇਂ ਹੁਣ ਵੀਰੇ ਦਾ ਫੇਸ ਜਿਹੜਾ ਆ ਉਹ ਠੀਕ ਨਹੀਂ ਹੈਗਾ, ਉਦੋਂ ਠੀਕ ਸੀ? ਬਹੁਤ ਸੋਹਣਾ। ਇਹ ਤਾਂ ਫੋਟੋ ਸ਼ੋਕੇਸ 'ਚ ਰੱਖੀਆਂ ਨੇ, ਇਹ ਲੱਗਦਾ ਹੀ ਨਹੀਂ ਉਹੀ ਆ। ਬਹੁਤ ਸੋਹਣਾ। ਹਾਂਜੀ, ਪਿੰਡ ਬਹੁਤ ਸੋਹਣੇ। ਇਹਦੇ ਤਾਂ ਕਮਰੇ 'ਚ ਫੋਟੋ ਰੱਖੀਆਂ ਆਪਦੀਆਂ ਪਹਿਲਾਂ ਵਾਲੀਆਂ, ਇੰਨੀਆਂ ਸੋਹਣੀ ਸਿਹਤ ਸੀ। ਇਹ ਤਾਂ ਆਪਦੇ ਆਪ ਨੂੰ ਬਸ ਸ਼ਿੰਗਾਰ ਕੇ ਰੱਖਦਾ ਸੀ, ਵਧੀਆ, ਬਹੁਤ ਸੋਹਣਾ। ਅੱਛਾ, ਜਦੋਂ ਇਹ ਤਕਲੀਫ ਆਈ, ਜਦੋਂ ਐਸੀ ਨੌਬਤ ਆ ਗਈ ਜਿਵੇਂ ਵੀਰਾਂ ਨੇ ਦੱਸਿਆ ਕਿ ਗੁਰਦੇ ਹੀ ਜਿਹੜੇ ਸੀਗੇ, ਡਾਕਟਰ ਨੇ ਜਵਾਬ ਦਿੱਤਾ ਵੀ ਗੁਰਦੇ ਫੇਲ ਹੋ ਚੁੱਕੇ ਨੇ, ਵੀ ਗੁਰਦੇ ਹੁਣ ਕੰਮ ਨਹੀਂ ਕਰ ਰਹੇ, ਖੂਨ ਨੂੰ ਜਿਹੜਾ ਆ ਉਹ ਨਹੀਂ ਠੀਕ ਤਰੀਕੇ ਨਾਲ ਚਲਾ ਰਹੇ। ਫਿਰ ਜਦ ਤੁਹਾਡੇ ਤੇ ਇਹ ਗੱਲ ਆਈ ਵੀ ਮੈਂ ਹੁਣ ਕਿਡਨੀ ਦੇਣੀ ਆ, ਉਦੋਂ ਮਨ ਦੇ ਵਿੱਚ ਫਿਰ ਕੀ ਵਿਚਾਰ ਸੀ ਮਾਤਾ ਜੀ? ਤਾਂ ਕਹਿੰਦੀ ਸੀ ਵੀ ਦੋਨੇ ਲੈ ਲੈਣ ਪਹਿਲਾਂ ਕਿਡਨੀਆਂ, ਮੈਂ ਤਾਂ ਮੇਰਾ ਬੱਚਾ ਚਾਹੀਦਾ ਮੈਨੂੰ ਐ ਸੀ। ਮੈਂ ਤਾਂ ਆਖਿਆ ਮੈਂ ਤਾਂ ਦੋਨੇ ਦੇਣ ਨੂੰ ਤਿਆਰ ਹਾਂ। ਮੈਂ ਤਾਂ ਹੁਣ ਵੀ ਆਖਿਆ ਸੀ, ਸਾਡਾ ਰਿਲੇਟਿਵ ਇੱਥੇ ਟਰਾਂਸਪਲਾਂਟ 'ਚ, ਮੈਂ ਗੁਰਮੀਤ ਮੇਰੀ ਆ ਵੀ ਕਿਡਨੀ ਲੈ ਲਓ। ਕਹਿੰਦਾ ਇਹਨੂੰ ਕੌਣ ਸਾਂਭੂਗਾ, ਹੁਣ ਤੋਂ ਸਾਂਭਦੀ ਆਈਆਂ, ਫਿਰ ਕੌਣ ਸਾਂਭੂਗਾ। ਹੁਣ ਯਾਨੀ ਕਿ ਤੁਹਾਡੇ ਕੋਲ ਇੱਕ ਕਿਡਨੀ? ਇੱਕ ਕਿਡਨੀ ਆ ਮੇਰੀ, 8 ਦੀ, 2008 ਦੀ ਇੱਕ ਕਿਡਨੀ ਆ। ਤੁਹਾਨੂੰ ਕੋਈ ਸਰੀਰਕ ਪ੍ਰੋਬਲਮ? ਸਾਰਾ ਕੰਮ ਕਰਦੀ, ਘਰ ਦਾ ਸਾਰਾ, ਪਸ਼ੂ ਰੱਖਦੀ, ਗਾਈਆਂ, ਸਾਰਾ ਕੰਮ ਕਰਦੀ ਪੂਰਾ। ਹਾਰ ਨਹੀਂ ਮੰਨੀ? ਨਾ, ਹਾਰ ਨਹੀਂ ਮੰਨੀ। ਵਾਹਿਗੁਰੂ ਦਾ ਆਸਰਾ, ਉਹਦੇ ਆਸਰੇ ਜਿਉਣੀ ਆ ਮੈਂ ਤਾਂ। ਇਹਨੂੰ ਵੀ ਕਹਿ ਦਿੰਦੀ ਆ, ਜਿੰਨਾ ਚਿਰ ਉਹਨੇ ਸਾਹ ਦਿੱਤੇ ਹੱਸ ਕੇ ਟਾਈਮ ਟਪਾ, ਹੱਸ ਕੇ, ਬਿਲਕੁਲ ਰੋ ਕੇ ਨਹੀਂ। ਮੈਂ ਕਿਹਾ ਟਾਈਮ ਟੱਪਣਾ, ਆਪਾਂ ਤਾਂ ਇੱਕ ਦੂਜੇ ਨੂੰ ਅਸੀਂ ਹੌਸਲਾ ਦੇ ਕੇ ਬੈਠੇ ਆ, ਮਾਂ ਪੁੱਤ। ਪਰ ਇੱਕ ਗੱਲ ਹੈ, ਮੈਂ ਮੂੰਹ ਤੇ ਸਿਫਤ ਕਰਨ ਵਾਲੀ ਗੱਲ ਹੋ ਜਾਂਦੀ ਆ, ਪਰ ਬੀਬੀ ਜੀ ਤੁਹਾਡਾ ਹੌਸਲਾ ਬਾਕਮਾਲ ਹੈ। ਡਾਕਟਰ ਵੀ ਕਹਿ ਦਿੰਦੇ ਆ ਟਰਾਂਸਪਲਾਂਟ ਵਾਲੇ, ਇਹੋ ਜੀ ਮਾਂ ਤੇਰੀ ਧਰਨ ਦੀ ਮਾਂ, ਇਹੋ ਜੀ ਮਾਂ ਦੁਨੀਆ ਤੇ ਨਹੀਂ ਜਿਹੜੀ ਤੇਰੀ ਮਾਂ ਇਹ, ਤੇਰੀ ਮਾਂ ਵਰਗੀ। ਮੈਂ ICU 'ਚ ਇਹਦੇ ਸਾਹਮਣੇ ਐ ਬੈਠੀ ਰਹਿੰਦੀ, ਕਹਿੰਦਾ ਮੇਰੇ ਕੋਲੋਂ ਨਾ ਪਰੇ ਜਾ, ਲਿਖ ਕੇ ਦੇ ਦਿੰਦਾ। ਇਹ ਬੋਲਣੋਂ ਹਟ ਗਿਆ ਸੀ, ਤੇ ਕੱਢਿਆ ਸਾਰਾ ਕੁਝ ਮੂੰਹ 'ਚੋਂ, ਤਾਂ ਉੱਪਰਲੇ ਹੱਡੀਆਂ ਹੁੱਡੀਆਂ ਦੰਦ ਸਭ ਕੱਢਤੇ। ਤੇ ਡਾਕਟਰ ਕਹਿੰਦੇ ਬੜਾ ਤੂੰ ਵੀ ਪਰਾਂ ਬਹਿ ਜਾ ਤੂੰ, ਵੀ ਇਹਨੂੰ ਦਿਖੀ ਚੱਲ। ਬਸ ਮੈਨੂੰ ਮਾਂ ਦਿਖੀ ਚੱਲ, ਉੱਠਦੇ ਨੂੰ ਵੀ ਮੇਰੇ ਦਿਖਦੀ ਹੋਵੇਂ, ਇੱਥੇ ਹੀ ਬੈਠੀ। ਹਾਂ, ਉੱਠਦੇ ਨੂੰ ਮੈਂ ਤੈਨੂੰ ਦੇਖਾਂ, ਪੈਂਦਾ ਵੀ ਮੈਂ ਤੈਨੂੰ ਦੇਖਾਂ, ਫਿਰ ਨੀਂਦ ਆਉਂਦੀ ਆ ਮੈਨੂੰ। 3 ਮਹੀਨੇ ICU 'ਚ ਬੰਦ ਰਿਹਾ, ਮੂੰਹ ਵੇਲੇ ਮੈਂ ਉੱਥੇ ਹੀ ਐਨ ਹਾਜ਼ਰ ਹੋ ਜਾਂਦੀ। ਅੱਛਾ ਯਾਰ ਬਾਈ, ਜਦੋਂ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਵੀ ਕਿਡਨੀ ਟਰਾਂਸਪਲਾਂਟ ਹੋਈ, ਉਸ ਤੋਂ ਬਾਅਦ 2010 ਦੇ ਵਿੱਚ, ਯਾਨੀ ਕਿ ਤੁਸੀਂ ਦੱਸ ਰਹੇ ਸੀ ਵੀ ਆ ਫੇਸ ਦਾ ਵੀ ਜਿਵੇਂ ਹੁਣ ਤੁਹਾਡਾ ਹੋਇਆ ਵੀ ਮੈਂ ਦੇਖ ਰਿਹਾ ਇਧਰਲੀ ਸਾਈਡ ਹੋਲ ਵੀ ਹੈ, ਇਹ ਕੀ ਆਪਰੇਟ ਹੋਇਆ ਹੋਇਆ? ਇਹ ਟਰਾਂਸਪਲਾਂਟ ਤੋਂ ਬਾਅਦ ਐਕਚੁਅਲੀ ਨਾ ਕੁਛ ਮਲਟੀਪਲ ਇਨਫੈਕਸ਼ਨਸ ਹੁੰਦੀਆਂ ਹੀ ਰਹਿੰਦੀਆਂ, ਜਿਨ੍ਹਾਂ ਦਾ ਗੁਰਦਾ ਬਦਲਿਆ ਜਾਂਦਾ, ਕਿਉਂਕਿ ਇਮਿਊਨਿਟੀ ਬਹੁਤ ਵੀਕ ਹੋ ਜਾਂਦੀ ਹੈ। ਤਾਂ ਮੈਨੂੰ ਵੀ ਕੁਛ ਇਨਫੈਕਸ਼ਨ ਹੁੰਦੀ ਸੀ ਯੂਰਿਨ 'ਚ, ਤਾਂ ਉਸ ਤੋਂ ਬਾਅਦ ਉਹਨਾਂ ਨੇ ਐਂਟੀਬਾਇਓਟਿਕ ਦੇ ਕੁਛ ਇੰਜੈਕਸ਼ਨ ਸ਼ੁਰੂ ਕੀਤੇ ਨੈਫਰੋਲੋਜੀ ਵਾਲਿਆਂ ਨੇ। ਤਾਂ ਉਹ ਇੰਜੈਕਸ਼ਨ ਇੰਨੇ ਤੇਜ਼ ਸੀਗੇ ਕਿ ਨਾ ਉਹਨਾਂ ਨੇ ਅੰਦਰ ਇੰਨਾ ਖੁਸ਼ਕ ਕਰਤਾ, ਜਿਹੜਾ ਆਪਣੇ ਸਿਰ ਦੀਆਂ ਨਸਾਂ ਹੁੰਦੀਆਂ ਇਹ ਬਹੁਤ ਖੁਸ਼ਕ ਹੋ ਗਈਆਂ ਸੀ, ਅਤੇ ਇੱਕ ਨਸ ਥੋੜ੍ਹੀ ਜਿਹੀ ਲੀਕ ਵੀ ਹੋ ਗਈ ਸੀ। ਤਾਂ ਉਹ ਲੀਕੇਜ ਥੋੜ੍ਹੀ ਥੋੜ੍ਹੀ ਹੁੰਦੀ ਰਹਿੰਦੀ ਸੀ, ਤਾਂ ਕੁਛ ਮਹੀਨਿਆਂ 'ਚ ਨਾ ਮੇਰੇ ਸਾਰਾ ਇੱਥੇ ਬਲੱਡ ਜਮ੍ਹਾਂ ਹੋ ਗਿਆ, ਉੱਪਰ ਕਲੋਟਸ ਬਣ ਗਏ, ਹੱਡੀ ਦੇ ਉੱਪਰ ਜਮ੍ਹਾਂ ਹੋ ਗਿਆ, ਸੁੱਕ ਗਿਆ ਬਲੱਡ। ਸੁੱਕਣ ਤੋਂ ਬਾਅਦ ਉਹ ਫੰਗਲ ਬਣ ਗਿਆ, ਫੰਗਲ ਇਨਫੈਕਸ਼ਨ ਕਹਿੰਦੇ ਜਿਹਨੂੰ ਆਪਾਂ ਉੱਲੀ ਰੋਗ ਵੀ ਕਹਿ ਦਿੰਦੇ ਹਾਂ। ਤਾਂ ਉਹਨੇ ਹੱਡੀਆਂ ਖਰਾਬ ਕਰ ਦਿੱਤੀਆਂ ਇਹ। ਅਤੇ ਉਸ ਤੋਂ ਬਾਅਦ ਇੱਕ ਦਿਨ ਮੈਂ ਪੂਰਾ ਇਹ ਦਰਦ ਸ਼ੁਰੂ ਹੋ ਗਿਆ ਮੇਰੇ ਸਿਰ 'ਚ, ਮੇਰੇ ਮੂੰਹ 'ਚ, ਦੰਦਾਂ 'ਚ। ਤਾਂ ਉਹਨਾਂ ਨੇ CT ਸਕੈਨ ਵਗੈਰਾ ਕੀਤੇ, ਪਹਿਲਾਂ ਤਾਂ ਉਹਨਾਂ ਨੂੰ ਕੁਛ ਨਾ ਪਤਾ ਲੱਗਿਆ, ਪਰ ਉਹਨਾਂ ਨੇ ਵਾਰ-ਵਾਰ ਜਦੋਂ ਦੇਖਿਆ ਵੀ ਦਰਦ ਹੀ ਨਹੀਂ ਹਟ ਰਿਹਾ, ਤਾਂ ਬਲੱਡ ਬਹੁਤ ਘੱਟ ਜਾਂਦਾ ਸੀ ਬੋਡੀ 'ਚ, ਵਾਰ-ਵਾਰ ਬਲੱਡ ਲਾ ਦਿੰਦੇ ਸੀਗੇ। ਤਾਂ ਉਹਨਾਂ ਨੂੰ ਲੱਗਿਆ ਵੀ ਇਹਨੂੰ ਸ਼ਾਇਦ ਕੈਂਸਰ ਦੀ ਸ਼ਿਕਾਇਤ ਨਾ ਹੋ ਗਈ ਹੋਵੇ, ਬਲੱਡ ਕੈਂਸਰ ਦੀ, ਜਿਹੜਾ ਬਲੱਡ ਘੱਟ ਜਾਂਦਾ। ਉਹਨਾਂ ਨੇ ਮੇਰਾ ਬੋਨ ਮੈਰੋ ਦਾ ਟੈਸਟ ਕੀਤਾ, ਤਾਂ ਉਹਦੇ 'ਚ ਵੀ ਕੁਛ ਨਹੀਂ ਆਇਆ। ਉਹ ਕਹਿੰਦੇ ਬਲੱਡ ਕੈਂਸਰ ਵੀ ਹੈ ਨਹੀਂ ਗਾ, ਬਲੱਡ ਜਾ ਕਿੱਧਰ ਰਿਹਾ ਬੋਡੀ ਦਾ। ਫਿਰ ਮੈਂ ਦੱਸਿਆ ਵੀ ਮੇਰੇ ਦਰਦ ਬਹੁਤ ਹੁੰਦਾ ਸਿਰ 'ਚ। ਉਹਨਾਂ ਨੇ CT ਸਕੈਨ ਕੀਤੀ, ਤਾਂ ਫਿਰ ਉਹਨਾਂ ਨੂੰ ਬਹੁਤ ਟਾਈਮ ਲੰਘੇ ਤੋਂ ਪਤਾ ਲੱਗਿਆ ਵੀ ਕੋਈ ਲੀਕੇਜ ਹੋਈ ਹੈ ਇਹਦੇ ਸਿਰ 'ਚ, ਅਤੇ ਉਹਦਾ ਦਰਦ ਹੋ ਰਿਹਾ। ਫਿਰ ਇੱਥੇ ਸਾਰਾ ਉਹਨਾਂ ਨੂੰ ਪਤਾ ਲੱਗਿਆ ਕਿ ਬਲੱਡ ਜੰਮ ਚੁੱਕਿਆ ਇਹਦੇ। ਅਤੇ ਜਦੋਂ ਤੱਕ ਉਹਨਾਂ ਨੂੰ ਪਤਾ ਲੱਗਿਆ, ਉਹ ਪਤਾ ਨਹੀਂ ਕਿਸਮਤ ਚੰਗੀ ਸੀ ਕਿ ਮਾੜੀ ਸੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕੁਛ ਹੋ ਗਿਆ ਅੰਦਰ, ਉਦੋਂ ਅਗਲੇ ਦਿਨ ਮੈਂ ਬੇਹੋਸ਼ ਹੋ ਗਿਆ। ਇੰਨਾ ਜ਼ਿਆਦਾ ਕੰਮ ਵੱਧ ਚੁੱਕਿਆ ਸੀ। ਅਤੇ ਇਮੀਡੀਏਟਲੀ ਉਹਨਾਂ ਨੇ ਫਿਰ ENT ਦੇ ਜਿਹੜੇ ਵੱਡੇ ਡਾਕਟਰ ਸੀਗੇ PGI ਦੇ, ਉਹਨਾਂ ਨੂੰ ਬੁਲਾਇਆ। ਤਾਂ ਉਹਨਾਂ ਦੀ
ਉਹਨਾਂ ਨੇ ਕਿਹਾ ਵੀ ਇਹਨੂੰ ਆਪਰੇਟ ਕਰੋ, ਇਹਨੂੰ ਬਚਾਓ। ਤਾਂ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਗਰੰਟੀ ਨਹੀਂ ਲੈਂਦੇ ਵੀ ਹੁਣ ਇਹ ਬਚ ਸਕੂਗਾ, ਕਿਉਂਕਿ ਜਿਹੜੀ ਫੰਗਲ ਇਨਫੈਕਸ਼ਨ ਆ ਉਹ ਜਾਂ ਤਾਂ ਹੁਣ ਇਹਦੇ ਹਾਰਟ ਨੂੰ ਜਾਊਗੀ ਜਾਂ ਬ੍ਰੇਨ ਨੂੰ ਜਾਊਗੀ। ਜੇ ਬ੍ਰੇਨ ਨੂੰ ਚਲੀ ਗਈ ਫਿਰ ਇਹ ਕੋਮਾ 'ਚ ਜਾਊਗਾ, ਜੇ ਹਾਰਟ ਨੂੰ ਚਲੀ ਗਈ ਡੈਥ ਹੈ। ਤਾਂ ਉਹ ਕਹਿੰਦੇ ਕੋਈ ਨਹੀਂ, ਇੱਕ ਵਾਰੀ ਤੁਸੀਂ ਟਰਾਈ ਕਰੋ। ਫਿਰ ਘਰਦਿਆਂ ਤੋਂ ਉਹਨਾਂ ਨੇ ਐਗਰੀਮੈਂਟ 'ਤੇ ਵੀ ਸਾਈਨ ਕਰਾਈ ਵੀ ਅਸੀਂ ਕੋਈ ਗਰੰਟੀ ਨਹੀਂ ਲੈ ਰਹੇ ਜ਼ਿੰਦਗੀ ਦੀ, ਇੱਕ ਵਾਰੀ ਲਾਸਟ ਟਰਾਈ ਹੈ। ਜੇ ਤਾਂ ਆਹ ਕੱਟ ਕੇ ਸਾਰਾ ਕੁਝ ਬਚ ਗਿਆ, ਹੋਸ਼ ਆ ਗਿਆ 24 ਘੰਟੇ 'ਚ ਠੀਕ ਆ, ਜੇ ਹੋਸ਼ ਨਾ ਆਇਆ ਫਿਰ ਸਾਨੂੰ ਨਾ ਕਹੋ ਵੀ ਇਹ ਕੋਮਾ 'ਚ ਵੀ ਜਾ ਸਕਦਾ, ਡੈਥ ਵੀ ਹੋ ਸਕਦੀ ਹੈ। ਤਾਂ ਘਰ ਦੇ ਕਹਿੰਦੇ ਫਿਰ ਅਸੀਂ ਕੁਝ ਨਹੀਂ ਕਹਿ ਸਕਦੇ, ਤੁਸੀਂ ਕਰੋ ਜੋ ਕਰਨਾ। ਤਾਂ ਫਿਰ ਇਹ ਸਰਜਰੀ ਕੀਤੀ ਉਹਨਾਂ ਨੇ, ENT ਡਿਪਾਰਟਮੈਂਟ ਨੇ, ਬਹੁਤ ਵੱਡੀ ਸਰਜਰੀ ਸੀ। ਤਾਂ ਉਸ ਤੋਂ ਬਾਅਦ ਮੈਨੂੰ 10 ਦਿਨ ਹੋਸ਼ ਹੀ ਨਹੀਂ ਆਇਆ। ਸਰਜਰੀ ਹੋਣ ਤੋਂ ਬਾਅਦ ਵੈਂਟੀਲੇਟਰ ਲਾਤਾ ਅਤੇ ਡਾਕਟਰਾਂ ਨੇ ਵੀ ਕਹਿਤਾ ਵੀ ਅਸੀਂ ਕੁਝ ਨਹੀਂ ਕਹਿ ਸਕਦੇ, ਹੁਣ ਹੋ ਸਕਦਾ ਇਹਨੂੰ ਹੋਸ਼ ਆ ਜਾਏ। ਜੇ ਹੋਸ਼ ਆ ਗਈ ਇਹ ਜਾਂ ਤਾਂ ਸਭ ਕੁਝ ਭੁੱਲ ਚੁੱਕਿਆ ਹੋਊਗਾ, ਕਿਉਂਕਿ ਇਹਦੇ ਬ੍ਰੇਨ 'ਤੇ ਅਸਰ ਹੋ ਸਕਦਾ। ਤਾਂ ਪਰ ਪਤਾ ਨਹੀਂ ਅਕਾਲ ਪੁਰਖ ਦੀ ਕਿਰਪਾ ਹੋ ਗਈ, 11ਵੇਂ ਦਿਨ ਮੈਨੂੰ ਹੋਸ਼ ਆ ਗਿਆ, ਸਭ ਕੁਝ ਯਾਦ ਵੀ ਸੀਗਾ, ਠੀਕ ਸੀ। ਅਤੇ ਪਰ ਹਾਂ ਮੈਨੂੰ ਸੁਣਨੋਂ ਹਟ ਗਿਆ ਸੀ ਅਤੇ ਦਿਸਣੋਂ ਵੀ ਘਟ ਗਿਆ ਸੀਗਾ। ਪਰ ਹੁਣ ਤੁਹਾਨੂੰ ਮਤਲਬ ਕਿ ਸੁਣਨਾ ਔਰ ਦਿਸਣਾ ਠੀਕ ਦਿਖ ਰਿਹਾ? ਹੁਣ ਤਾਂ ਠੀਕ ਹੈ ਜੀ, ਬਸ ਇਸ ਅੱਖ 'ਚੋਂ ਬਹੁਤ ਘੱਟ ਦਿਸਦਾ ਜੀ। ਘਟਦਾ? ਹਾਂਜੀ, ਇੱਧਰ ਠੀਕ ਹੈ। ਅੱਛਾ ਬਾਈ, ਜਦ ਇਹ ਸਾਰਾ ਕੁਝ ਹੋਇਆ ਵੀਰੇ, ਉਸ ਤੋਂ ਬਾਅਦ ਫਿਰ ਉਹ ਟਾਈਮ ਵੀ ਯਾਦ ਆਉਂਦਾ ਹੋਊਗਾ ਵੀ ਜਦ ਜਿੱਥੋਂ ਸ਼ੁਰੂਆਤ ਹੋਈ ਸੀ, ਵੀ ਉਹ ਡੱਬਾ ਖਾਦਾ ਸੀ, ਫਿਰ ਆਪਣੇ ਆਪ ਨੂੰ ਕੋਸਿਆ ਸੀਗਾ ਫਿਰ ਉਹ ਟਾਈਮ ਦੇ ਵਿੱਚ ਵੀ ਯਾਰ, ਜਦ ਇੱਕ ਟਾਈਮ ਸੀ ਵੀ ਜਦ ਜੇ ਸ਼ਾਇਦ ਉਹ ਟਾਈਮ ਕਿਸੇ ਤੋਂ ਮੈਂ ਪਤਾ ਕਰ ਲੈਂਦਾ, ਕਿਸੇ ਨੂੰ ਪੁੱਛ ਪੱਛ ਹੀ ਲੈਂਦਾ ਯਾਰ ਘੱਟੋ ਘੱਟ, ਵੀ ਸ਼ਾਇਦ ਆਹ ਰੋਗ ਜਿਹੜਾ ਸੀਗਾ, ਸੰਤਾਪ ਜਿਹੜਾ ਹੁਣ ਮੈਂ ਪਿੰਡੇ 'ਤੇ ਹੰਢਾ ਰਿਹਾ, ਸ਼ਾਇਦ ਨਾ ਹੀ ਹੰਢਾਉਣਾ ਪੈਂਦਾ। ਇਹ ਚੀਜ਼ ਮੈਂ ਅੱਜ ਹੁਣ ਪਿਛਲੇ ਦਿਨਾਂ ਤੋਂ ਬਹੁਤ ਸੋਚਣ ਲੱਗ ਗਿਆ, ਜਿਹੜੀ ਤੁਸੀਂ ਗੱਲ ਕਹੀ ਆ ਬਈ ਸ਼ਾਇਦ ਆਪਾਂ ਉਦੋਂ ਸਮਝ ਜਾਂਦੇ ਤਾਂ ਸ਼ਾਇਦ ਜ਼ਿੰਦਗੀ ਕੁਝ ਹੋਰ ਹੋ ਸਕਦੀ ਸੀਗੀ, ਪਰ ਇੱਦਾਂ ਨਹੀਂ ਹੋਇਆ। ਉਦੋਂ ਇੰਨਾ ਪਤਾ ਹੀ ਨਹੀਂ ਸੀਗਾ, ਕਿਉਂਕਿ ਉਮਰ ਵੀ ਇੰਨੀ ਜ਼ਿਆਦਾ ਨਹੀਂ ਸੀ ਅਤੇ ਜਿਹੜਾ ਸਰਕਲ ਸੀ ਉਹ ਵੀ ਇੰਨਾ ਆਪਾਂ ਕਹਿ ਦਈਏ ਵੀ ਐਜੂਕੇਟ ਨਹੀਂ ਸੀਗਾ। ਤਾਂ ਨਾ ਕਿਸੇ ਨੂੰ ਪੁੱਛਿਆ ਨਾ ਦੱਸਿਆ, ਆਪੇ ਹੀ ਆਪਦੇ ਬਣ ਕੇ ਤੁਰੇ ਫਿਰਦੇ ਸੀਗੇ। ਅਤੇ ਪਰ ਹੁਣ ਲੱਗਦਾ ਬਈ ਜ਼ਿੰਦਗੀ ਬਹੁਤ ਕੀਮਤੀ ਆ, ਆਪਾਂ ਨੂੰ ਇਹਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ। ਹਾਂਜੀ ਬਿਲਕੁਲ। ਪਰ ਬਈ ਤੁਹਾਡਾ ਹੌਸਲਾ ਬਾ ਕਮਾਲ ਆ ਵੀਰੇ। ਪਰ ਮੈਂ ਇੱਕ ਗੱਲ ਦੀ ਦਾਤ ਦਿੰਦਾ, ਬੇਬੇ ਜੀ ਕੋਲੇ ਬੈਠੇ ਨੇ, ਜਿੰਨੀ ਕੁ ਜ਼ਿੰਦਾਦਿਲੀ ਬੇਬੇ ਜੀ ਕੋਲੇ ਹੈ ਉਨੀ ਹੀ ਜ਼ਿੰਦਾਦਿਲੀ ਤੁਸੀਂ ਲਈ ਫਿਰਦੇ ਹੋ ਬਾਈ। ਮੈਨੂੰ ਲੱਗਦਾ ਵੀ ਤੁਸੀਂ ਦੋਹੇ ਇੱਕ ਦੂਸਰੇ ਦਾ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਤੁਰੀ ਫਿਰਦੇ ਹੋ ਇੱਕ ਦੂਜੇ 'ਤੇ। ਹੁਣ ਪਤਾ ਲੱਗਿਆ ਮੈਨੂੰ ਵੀ ਕਿ ਫਾਦਰ ਸਾਹਿਬ ਵੀ ਜਿਹੜੇ ਨੇ ਉਹ ਬਿਮਾਰ ਰਹਿੰਦੇ ਨੇ। ਹਾਂਜੀ, ਜਦੋਂ ਹੁਣ ਲਾਸਟ ਮੇਰੀ ਜਿਹੜੀ ਟਰਾਂਸਪਲਾਂਟਡ ਕਿਡਨੀ ਸੀ ਉਹ ਵੀ ਡੈਮੇਜ ਹੋ ਗਈ ਸੀਗੀ, ਮੈਨੂੰ ਇਨਫੈਕਸ਼ਨ ਹੋ ਗਈ ਸੀਗੀ ਨਮੂਨੀਆ ਦੀ। ਹੁਣ ਵੀ ਮੈਂ ਵੈਂਟੀਲੇਟਰ 'ਤੇ ਹੀ ਰਿਹਾ ਪਿਛਲੇ ਸਾਲ। ਤਾਂ ਉਸ ਤੋਂ ਬਾਅਦ ਜਦੋਂ ਕਿਡਨੀ ਡੈਮੇਜ ਹੋਈ, ਫਾਦਰ ਸਾਹਿਬ ਨੇ ਮੈਨੂੰ ਕਿਡਨੀ ਦੁਬਾਰਾ ਟਰਾਂਸਪਲਾਂਟ ਲਈ ਦੇਣੀ ਸੀ, ਪਰ ਦੇਖ ਲਓ ਕੁਦਰਤ ਦਾ ਕੰਮ, ਉਹਨਾਂ ਦੀ ਵੀ ਕਿਡਨੀ ਖਰਾਬ ਹੋ ਚੁੱਕੀ ਹੈ। ਅੱਛਾ ਬਾਈ, ਪਰ ਤੁਹਾਡੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਪਬਲਿਸ਼ਰ ਹੋ, ਲਿਖਦੇ ਰਹਿੰਦੇ ਹੋ, ਲਿਖਣ ਦਾ ਬਹੁਤ ਸ਼ੌਂਕ ਹੈ ਵੀ ਕਈ ਵਾਰ ਤਾਂ ਕੁਛ ਐਸੀਆਂ ਚੀਜ਼ਾਂ ਲਿਖ ਜਾਂਦੇ ਹੋ ਵੀ ਲੋਕ ਵੀ ਉਸ ਚੀਜ਼ ਤੋਂ ਹੌਸਲਾ ਮਨਾ ਲੈਂਦੇ ਨੇ। ਮੈਂ ਚਾਹੁੰਦਾ ਵੀ ਤੁਸੀਂ ਵੀ ਕੁਛ ਸੁਣਾਓ ਯਾਰ ਦਰਸ਼ਕਾਂ ਨੂੰ। ਹੁਣ ਕਈ ਚੀਜ਼ਾਂ ਜਿਹੜੀਆਂ ਨੇ ਮੈਂ ਚਾਹੁੰਦਾ, ਮੈਂ ਖੁਦ ਸੁਣਨਾ ਚਾਹੁੰਦਾ ਬਾਈ। ਹਾਂਜੀ, ਇਹ ਮੈਂ ਲਿਖਣਾ 10-12 ਸਾਲ ਪਹਿਲਾਂ ਹੀ ਸ਼ੁਰੂ ਕੀਤਾ ਸੀਗਾ, ਕਿਉਂਕਿ ਜਦੋਂ ਟਰਾਂਸਪਲਾਂਟ ਕੀਤਾ ਨਾ ਮੇਰਾ, ਤਾਂ ਬੜੀਆਂ ਉਹ ਪਾਬੰਦੀਆਂ ਲਾ ਦਿੰਦੇ ਡਾਕਟਰ ਕਿ ਜਦੋਂ ਟਰਾਂਸਪਲਾਂਟ ਹੋ ਗਿਆ ਤੁਹਾਡਾ, ਇਨਫੈਕਸ਼ਨ ਤੋਂ ਬਚ ਕੇ ਰਹਿਣਾ, ਤੁਸੀਂ ਬਾਹਰ ਘੁੰਮਣਾ ਨਹੀਂ ਗਾ, ਬਹੁਤਾ ਖਾਣਾ ਵੀ ਨਹੀਂ ਗਾ ਮਨ ਮਰਜ਼ੀ ਦਾ। ਤਾਂ ਸਾਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਜ਼ਿਆਦਾਤਰ ਕਮਰੇ 'ਚ ਹੀ ਰਹਿਣਾ। ਕਮਰੇ 'ਚ ਰਹਿ ਕੇ ਮੈਂ ਇੰਨਾ ਅੱਕ ਗਿਆ ਸੀ, ਮੈਨੂੰ ਸਮਝ ਨਹੀਂ ਸੀ ਆਉਂਦੀ ਕਰਿਆ ਕੀ ਕਰੀਏ ਯਾਰ। ਕਮਰੇ 'ਚ ਬੈਠੇ ਰਹੀਏ, ਛੱਤ ਕਨੀ ਝੱਕ ਜੀਏ, TV ਵੀ ਨਹੀਂ ਦੇਖ ਸਕਦੇ ਸਾਰਾ ਦਿਨ, ਕਰੀਏ ਕੀ, ਕਮਰੇ 'ਚ ਬਹਿ ਕੇ ਬੰਦਾ ਕੀ ਕਰ ਸਕਦਾ। ਤਾਂ ਉਦੋਂ ਨਾ ਕੋਈ ਗੱਲ ਕਰਨ ਵਾਲਾ ਹੁੰਦਾ ਸੀ ਕੋਲੇ, ਚਲੋ ਮਦਰ ਫਾਦਰ ਸੀਗੇ ਆਪਦੇ ਕੰਮ 'ਚ ਵੀ, ਉਹਨਾਂ ਨੇ ਬਿਜ਼ੀ ਰਹਿਣਾ, ਮੇਰੇ ਕੋਲੇ ਥੋੜ੍ਹੀ ਬੈਠੇ ਰਹਿਣਗੇ ਸਾਰਾ ਦਿਨ। ਅਤੇ ਬਸ ਉਦੋਂ ਮੈਂ ਲਿਖਣ ਲੱਗ ਗਿਆ ਸੀ। ਪਹਿਲਾਂ ਮੈਂ ਪੜ੍ਹਨਾ ਸ਼ੁਰੂ ਕੀਤਾ ਸੀ, ਕਿਤਾਬਾਂ ਕਾਫੀ ਪੜ੍ਹਦਾ ਰਿਹਾ ਮੈਂ। ਉਦੋਂ ਬਾਅਦ ਮੈਂ ਥੋੜ੍ਹਾ ਲਿਖਿਆ ਵੀ, ਅਤੇ 1-2 ਕਿਤਾਬਾਂ ਮੈਂ ਖੁਦ ਵੀ ਲਿਖੀਆਂ ਸੀਗੀਆਂ ਅਤੇ ਖੁਦ ਪਬਲਿਸ਼ ਕੀਤੀਆਂ ਸੀਗੀਆਂ। ਅਤੇ ਉਹਦੇ 'ਚੋਂ ਅੱਜ ਵੀ ਮੈਂ ਕੁਛ ਲਿਖਿਆ ਤੁਹਾਡੇ ਲਈ, ਅਤੇ ਉਹ ਮੈਂ ਸੁਣਾਉਣਾ ਚਾਹੂੰਗਾ, ਕਿਉਂਕਿ ਮੇਰਾ ਮੰਨਣਾ ਤਾਂ ਇਹੀ ਆ, ਜੇ ਜ਼ਿੰਦਗੀ ਆਪਣੀ ਥੋੜ੍ਹੀ ਜਿਹੀ ਇੱਦਾਂ ਦੀ ਹੈਗੀ ਆ ਨਾ, ਤਾਂ ਲਿਖਣਾ ਥੋੜ੍ਹਾ ਜਿਹਾ ਸਕਾਰਾਤਮਕ ਹੀ ਚਾਹੀਦਾ। ਕਿਉਂਕਿ ਜੇ ਆਪਾਂ ਰੋਣਾ ਪਿੱਟਣਾ ਹੀ ਲਿਖੀ ਜਾਵਾਂਗੇ, ਜ਼ਿੰਦਗੀ 'ਚ ਤਾਂ ਪਹਿਲਾਂ ਹੀ ਰੋਣਾ ਪਿੱਟਣਾ ਬਹੁਤ ਆ। ਆਪਾਂ ਦੂਜਿਆਂ ਨੂੰ ਵੀ ਕਹੀ ਜਾਵੇ ਤੁਸੀਂ ਵੀ ਰੋਈ ਚੱਲੋ ਸਾਡਾ ਆਹ ਕੁਝ ਪੜ੍ਹ ਕੇ, ਤਾਂ ਮੈਂ ਇਹੋ ਜਿਹਾ ਕੁਛ ਨਹੀਂ ਲਿਖਦਾ, ਮੈਂ ਥੋੜ੍ਹਾ ਜਿਹਾ ਪੋਜ਼ੀਟਿਵ ਹੀ ਲਿਖਦਾ। ਚਿੱਟੇ ਕਾਲੇ ਸੁਰਖ ਸਾਂਵਲੇ ਵੱਖੋ ਵੱਖਰੇ ਰੰਗ ਹੁੰਦੇ ਨੇ, ਜਹਾਜ਼ ਨਹੀਂ ਇਕੱਲੇ ਉੱਡਦੇ ਇੱਥੇ, ਹੌਸਲੇ ਦੇ ਵੀ ਖੰਭ ਹੁੰਦੇ ਨੇ। ਜੰਗਲੀ ਕੁੱਤਿਆਂ ਵਾਂਗੂ ਨੋਚਣ, ਬੋਲ ਕੁਸੈਲੇ ਸਾਰੀ ਰਾਤ, ਸੋਚ ਸਮਝ ਕੇ ਬੋਲੀ ਸੱਜਣਾ, ਗੱਲਾਂ ਦੇ ਵੀ ਦੰਦ ਹੁੰਦੇ ਨੇ। ਕਿੱਦਾਂ ਜੀ ਗਏ ਐਨੀ ਲੰਮੀ ਜ਼ਿੰਦਗੀ ਢੋਂਦੇ ਦੁੱਖਾਂ ਨੂੰ, ਲੋਕੀ ਆਂਢ ਗੁਆਂਢ ਦੇ ਸੰਧੂ ਵੇਖ ਵੇਖ ਕੇ ਦੰਗ ਹੁੰਦੇ ਨੇ, ਜਹਾਜ਼ ਨਹੀਂ ਇਕੱਲੇ ਉੱਡਦੇ ਇੱਥੇ।
ਹੌਸਲੇ ਦੇ ਵੀ ਖੰਭ ਹੁੰਦੇ ਆ। ਕੀ ਬਾਤ ਹੈ ਬਈ। ਅੱਛਾ ਬਾਈ, ਮੈਨੂੰ ਇੱਕ ਗੱਲ ਦੱਸੋ, ਲਿਖਣ ਦਾ ਮਤਲਬ ਕਿ ਮਨ ਦੇ ਵਿੱਚ ਫੁਰਨਾ ਕਿਵੇਂ ਫੁਰਿਆ ਸੀ, ਸ਼ੁਰੂਆਤ ਕਿਵੇਂ ਹੋਈ ਸੀ ਫਿਰ? ਲਿਖਣਾ ਅਸਲ 'ਚ ਮੈਂ ਕਿਸੇ ਵਾਸਤੇ ਨਹੀਂ ਸੀ ਲਿਖਦਾ, ਮੈਂ ਆਪਦੇ ਵਾਸਤੇ ਹੀ ਲਿਖਦਾ ਸੀਗਾ। ਕਿਉਂਕਿ ਗੱਲਾਂ ਬਹੁਤ ਆਉਂਦੀਆਂ ਸੀ ਦਿਮਾਗ 'ਚ, ਜਦੋਂ ਪੜ੍ਹਦੇ ਸੀ ਕਿਤਾਬਾਂ 'ਚ ਬਹੁਤ ਕੁਛ ਪਤਾ ਲੱਗਦਾ ਸੀ। ਫਿਰ ਅੰਦਰ ਕੁਐਸਚਨ ਆਉਂਦੇ ਸੀ ਦਿਮਾਗ 'ਚ, ਤਾਂ ਕੋਈ ਗੱਲਾਂ ਕਰਨ ਵਾਲਾ ਹੁੰਦਾ ਹੀ ਨਹੀਂ ਸੀ। ਸਿੱਧਾ ਜਿਹਾ ਹਿਸਾਬ ਸੀਗਾ, ਜੇ ਗੱਲਾਂ ਕਰਨ ਵਾਲਾ ਹੈ ਨਹੀਂ ਤਾਂ ਲਿਖ ਲਓ, ਜੇ ਕਿਸੇ ਨੂੰ ਸੁਣਨਾ ਚਾਹੁੰਦੇ ਹੋ ਤਾਂ ਕਿਤਾਬ ਪੜ੍ਹ ਲਓ। ਕਿਤਾਬ ਤਾਂ ਬੋਲਦੀ ਲੱਗਦੀ ਹੈ ਨਾ ਫਿਰ, ਅਤੇ ਜੇ ਆਪ ਕੁਛ ਕਹਿਣਾ ਤਾਂ ਲਿਖ ਲਓ। ਬਸ ਆਹੀ ਸੀ, ਇੱਥੋਂ ਹੀ ਸ਼ੁਰੂਆਤ ਹੋ ਗਈ ਲਿਖਣ ਦੀ। ਅੱਛਾ, ਮੈਂ ਕਹਿੰਦਾ ਹੁਣ ਜਾਂਦੇ ਜਾਂਦੇ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਵੀ ਲੈਣੀ ਹੈ। ਇੱਕ ਕੁਝ ਹੋਰ ਲਿਖਿਆ ਹੋਇਆ ਜ਼ਰੂਰ ਸੁਣਾਓ ਸਾਨੂੰ, ਇੱਕ ਅੱਧਾ। ਇੱਕ ਨਾ ਪਿੱਛੇ ਜੇ ਆਪਣੇ ਵੀਰਦੀਪ ਸਿੱਧੂ ਸਾਹਿਬ ਜਿਨ੍ਹਾਂ ਦੀ ਡੈਥ ਹੋਈ ਆ, ਉਹ ਮੈਨੂੰ ਬੜੇ ਵਧੀਆ ਲੱਗਦੇ ਸੀਗੇ ਉਹ, ਅਤੇ ਕਦੇ ਮਿਲੇ ਤਾਂ ਨਹੀਂ, ਇੱਛਾ ਸੀਗੀ ਮਿਲਣ ਦੀ, ਅਤੇ ਪਤਾ ਨਹੀਂ ਸੀ ਲੱਗਦਾ ਹੁੰਦਾ ਕਦੋਂ ਚੰਡੀਗੜ੍ਹ ਆਉਂਦੇ ਆ। ਅਤੇ ਪਰ ਪਿੱਛੇ ਜੇ ਉਹਨਾਂ ਦੀ ਅਚਾਨਕ ਹੀ ਡੈਥ ਹੋ ਗਈ, ਬੜਾ ਦੁੱਖ ਲੱਗਿਆ। ਉਹਨਾਂ ਲਈ ਮੈਂ ਲਿਖਿਆ ਸੀ ਕੁਝ, ਅਤੇ ਉਹ ਇਹ ਸੀ ਕਿ ਸਾਂਭੇ ਨਾ ਗਏ ਅਸਾਂ ਤੋਂ ਵਾਰਸ ਪੰਜ ਆਬਾਂ ਦੇ, ਮਿੱਟੀ ਦੇ ਆਸ਼ਕ ਸੱਚੇ ਮਿੱਠੇ ਜਲ ਢਾਬਾਂ ਦੇ। ਸ਼ੌਹਰਤ ਦੀ ਡਫਲੀ ਕੁੱਟਦੇ ਦੁਨੀਆ ਤੋਂ ਤੁਰ ਗਏ ਜੋ, ਗੜਿਆਂ ਦੇ ਵਾਂਗੂ ਵਰਕੇ ਆਖਰ ਨੂੰ ਖੁਰ ਗਏ ਜੋ। ਤਕਰੀਰਾਂ ਅੱਜ ਵੀ ਉਹਦੀਆਂ ਹੱਕਾਂ ਲਈ ਜੂਝਦੀਆਂ, ਸੂਬੇ ਦੀ ਸ਼ੋਖ ਹਵਾ ਵਿੱਚ ਲਲਕਰ ਬਣ ਗੂੰਜਦੀਆਂ। ਸਾਰੀ ਗੱਲ ਸਾਡੇ 'ਤੇ ਹੁਣ ਉੱਠਣਾ ਜਾਂ ਸੌਣਾ ਏ, ਸਿਰ ਸੁੱਟ ਕੇ ਤੁਰਨਾ ਜਾਂ ਫਿਰ ਹਿੱਕ ਕੱਢ ਕੇ ਜਿਉਣਾ ਏ। ਕੀ ਬਾਤ ਹੈ, ਕੀ ਬਾਤ ਹੈ ਬਾਈ। ਮੈਂ ਨਾ ਬਹੁਤ ਖੁਸ਼ ਹੋਇਆ ਤੁਹਾਨੂੰ ਮਿਲ ਕੇ, ਤੇ ਬੀਬੀ ਜੀ ਤੁਹਾਨੂੰ ਮਿਲ ਕੇ ਖਾਸ ਕਰਕੇ, ਕਿਉਂਕਿ ਤੁਹਾਡਾ ਜਿਹੜਾ ਹੌਸਲਾ ਆ ਨਾ ਬੇਬੇ, ਉਹ ਮੈਂ ਸੱਚੀ ਦੱਸਾਂ ਵੀ ਤੁਸੀਂ ਇੰਨੀ ਉਮਰ ਵੇਖ ਚੁੱਕੇ ਹੋ, ਅਤੇ ਜਿੰਨਾ ਕੁ ਜਜ਼ਬਾ, ਜਿੰਨਾ ਕੁ ਹੌਸਲਾ ਤੁਹਾਡੇ ਵਿੱਚ ਆ, ਮੈਂ ਅੱਜ ਤੱਕ ਨਹੀਂ ਕਿਸੇ ਨੌਜਵਾਨੀ ਵਿੱਚ ਨਹੀਂ ਸੀ ਵੇਖਿਆ। ਕਿਉਂਕਿ ਨੌਜਵਾਨੀ ਵਿੱਚ ਤਾਂ ਗਰਮ ਖੂਨ ਹੈ, ਜਜ਼ਬੇ ਵੱਧ ਹੁੰਦੇ ਨੇ। 14 ਸਾਲ ਹੋ ਗਏ ਇਹਦੇ ਨਾਲ, ਇਹਦੀ ਬਿਮਾਰੀਆਂ ਦੇਖਦੀ ਨੂੰ। ਕਦੇ ਮਰ ਜਾਂਦਾ, ਕਦੇ ਜਿਉਂ ਪੈਂਦਾ, ਕਦੇ ਮਰ ਜਾਂਦਾ, ਕਦੇ ਜਿਉਂ ਪੈਂਦਾ। ਵਾਹਿਗੁਰੂ ਦੀ ਪਰ ਹੌਸਲਾ ਹੈ ਤੁਹਾਨੂੰ, ਥੋੜ੍ਹਾ ਬਹੁਤ ਠੀਕ ਹੋਊਗਾ। ਛੱਡਿਆ ਤਾਂ ਹਾਂ, ਜੇ ਬੇਹੋਸ਼ ਸੀ ਨਾ, ਮੈਂ ਕੁਰਸੀ ਢਾਹ ਕੇ ਕੋਲ ਬੈਠੀ ਰਹਿੰਦੀ। ਮੈਨੂੰ ਨਰਸਾਂ ਨੇ ਇਹੋ ਜਿਹੀਆਂ ਨੇ ਕਹਿਣਾ, ਬੀਬੀ ਤੂੰ ਪੈ ਜਾ, ਤੂੰ ਬਿਮਾਰ ਹੋ ਜਾਏਂਗੀ, ਇਹ ਕਿਹੜਾ ਬੋਲਦਾ, ਇਹ ਕਿਹੜਾ ਸੁਣਦਾ ਤੇਰੀ ਗੱਲ। ਮੈਂ ਕਹਿਣਾ ਬਸ ਮੈਨੂੰ ਸਾਹ ਲੈਂਦਾ ਹੀ, ਬਸ ਵੈਂਟੀਲੇਟਰ ਨਹੀਂ ਸੋਹਣਾ ਲੱਗਦਾ, ਉੱਥੇ ਹੀ ਮੈਂ ਸੌਂ ਲੈਣਾ ਐਂ ਕਰਕੇ। ਉਹਨਾਂ ਨੇ ਮੈਨੂੰ ਬਥੇਰਾ ਕਹਿਣਾ ਅਸੀਂ ਆਪੇ ਦੇਖ ਲਾਂਗੇ। ਮੈਂ ਤੁਸੀਂ ਨਹੀਂ ਦੇਖਦੀ ਜਿਹੜਾ ਮੈਂ ਦੇਖਦੀ ਹਾਂ, ਮੈਂ ਦੇਖੂੰ। ਮੈਂ ਕਿਹਾ ਆਪੇ ਦੇਖੂੰ ਮੈਂ ਤਾਂ ਇਹਨੂੰ। ਮੈਂ ਤਾਂ ਹੌਸਪੀਟਲ ਵਿੱਚ ਵੀ ਇਹਦਾ ਪਹਿਰਾ ਆਪ ਹੀ ਲਾਇਆ। ਕਮਾਲ ਕਰਤੀ। ਪਰ ਤੁਹਾਡੀ ਜਿਹੜੀ ਸਟੋਰੀ ਸੀ ਵੀਰੇ, ਮੈਨੂੰ ਲੱਗਦਾ ਕਈ ਲੋਕ ਜਿਹੜੇ ਦੇਖ ਰਹੇ ਹੋਣਗੇ, ਕਈਆਂ ਵਾਸਤੇ ਬੜੀ ਇੰਸਪੀਰੇਸ਼ਨਲ ਹੋਊਗੀ। ਉਹਨਾਂ ਵਾਸਤੇ ਜਿਨ੍ਹਾਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ, ਪਰ ਉਹ ਬਿਮਾਰੀਆਂ ਤੋਂ ਇੰਨੀ ਜਲਦੀ ਜਿਹੜਾ ਆ ਮੂੰਹ ਮੋੜ ਲੈਂਦੇ ਨੇ, ਵੀ ਥੱਕ ਹਾਰ ਜਾਂਦੇ ਨੇ ਜ਼ਿੰਦਗੀ ਤੋਂ, ਵੀ ਹੁਣ ਸ਼ਾਇਦ ਮੇਰੇ ਕੋਲ ਰਸਤਾ ਬਚਿਆ ਨਹੀਂ। ਉਮੀਦ ਸੱਟ ਲੈਂਦੇ ਨੇ, ਦਿਲ ਸੱਟ ਲੈਂਦੇ ਨੇ ਵੀ ਨਹੀਂ ਹੁਣ ਕੁਛ ਨਹੀਂ ਹੋ ਸਕਦਾ। ਪਰ ਵੀਰਾ ਉਹਨਾਂ ਵਾਸਤੇ ਇੱਕ ਐਗਜ਼ਾਮਪਲ ਹੈ। ਉੱਥੇ ਉਹਨਾਂ ਵਾਸਤੇ ਵੀ ਇੱਕ ਬਹੁਤ ਵੱਡੀ ਸੇਧ ਦੇ ਰਿਹਾ ਹੈ, ਜਿਹੜੇ ਮੇਰੀ ਵਰਗੀ ਨੌਜਵਾਨੀ ਹੈ, ਜਿਨ੍ਹਾਂ ਦਾ ਪੇਸ਼ੈਂਸ ਲੈਵਲ ਬਹੁਤ ਘੱਟ ਹੈ। ਬਸ ਮੈਨੂੰ ਆਏ ਹੁੰਦਾ ਕਿ ਕਿਸੇ ਤਰੀਕੇ ਦੇ ਨਾਲ ਜਲਦ ਤੋਂ ਜਲਦ ਜਿਹੜਾ ਆ ਮੈਨੂੰ ਉਹਦਾ ਰਿਜ਼ਲਟ ਮਿਲ ਜੇ, ਮੈਨੂੰ ਬਸ ਅੰਤ ਹੋ ਜੇ। ਯਾਨੀ ਕਿ ਜੇ ਮੈਂ ਜਿਮ ਦੇ ਵਿੱਚ ਲੱਗਿਆ, ਪ੍ਰੋਟੀਨ ਖਾ ਲਿਆ, ਤਾਂ ਮੇਰਾ ਸਰੀਰ ਜਿਹੜਾ ਆ ਉਹ ਬਹੁਤ ਜਲਦੀ ਬਣਦੇ। ਅੱਛਾ ਬਾਈ, ਆਖਰ ਦੇ ਵਿੱਚ ਜਾਂਦੇ ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਪਲੀਜ਼। ਮੇਰਾ ਜੀ ਮੋਬਾਈਲ ਨੰਬਰ ਅਤੇ ਵਟਸਐਪ ਨੰਬਰ ਇੱਕ ਹੀ ਆ, 99 153 52 001। 99 153 52 001। ਬਹੁਤ ਬਹੁਤ ਧੰਨਵਾਦ ਬਾਈ। ਅਤੇ ਮੈਂ ਉਮੀਦ ਕਰਦਾ ਅਗਲੀ ਵਾਰ ਜਦ ਵੀ ਮਿਲੀਏ ਤਾਂ ਤੰਦਰੁਸਤ ਹੋਵੋ, ਹੱਟੇ ਕੱਟੇ ਹੋਵੋ, ਅਤੇ ਖੁਸ਼ੀ ਨਾਲ ਮਿਲੀਏ ਆਪਾਂ। ਬਹੁਤ ਬਹੁਤ ਧੰਨਵਾਦ ਵੀਰੇ, ਬਹੁਤ ਬਹੁਤ ਧੰਨਵਾਦ ਬੇਬੇ ਜੀ। ਸੋ ਉਮੀਦ ਕਰਦਾ ਜਿਹੜੇ ਵੀ ਦਰਸ਼ਕ ਵੀਡੀਓ ਵੇਖ ਰਹੇ ਨੇ, ਵੀਡੀਓ ਚੰਗੀ ਜ਼ਰੂਰ ਲੱਗੀ ਹੋਊਗੀ, ਕਿਉਂਕਿ ਕਈਆਂ ਨੂੰ ਸੇਧ ਦੇਣ ਵਾਲੀ ਗੱਲਾਂ ਨੇ। ਵੀ ਜਿੱਥੇ ਨੌਜਵਾਨੀ ਨਹੀਂ, ਮੇਰੇ ਵਰਗੀ ਨੌਜਵਾਨੀ ਦੀ ਮੈਂ ਗੱਲ ਕੀਤੀ ਸੀ, ਵੀ ਜਿਨ੍ਹਾਂ ਨੂੰ ਆਏ ਹੁੰਦਾ ਵੀ ਝੱਟ-ਪੱਟ ਜਿਹੜੀ ਚੀਜ਼ ਹੈ ਉਹ ਹੋ ਜੇ, ਪਰ ਇਹ ਚੀਜ਼ਾਂ ਬਹੁਤ ਨੁਕਸਾਨਦਾਇਕ ਹੁੰਦੀਆਂ ਨੇ ਜਦ ਆਪਾਂ ਆਪਣੇ ਆਪ ਨੂੰ ਝੂਠ ਬੋਲ ਕੇ ਕਈ ਵਾਰ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਉਮੀਦ ਕਰਦਾ ਇੱਕ ਬਹੁਤ ਵੱਡੀ ਸੇਧ ਮਿਲੀ ਹੋਊਗੀ ਨੌਜਵਾਨੀ ਨੂੰ। ਐਸੀਆਂ ਹੋਰ ਸ਼ਖਸੀਅਤਾਂ ਨੂੰ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝਾ ਕਰਦਾ ਰਹੂੰਗਾ। ਤਦ ਤੱਕ ਲਈ ਦੇਖਦੇ ਰਹੋ ਪੰਜਾਬ ਨਿਊਜ਼। ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ। ਧੰਨਵਾਦ।